ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਦਰਾ ਛੰਦ ਜਾਤ ਬਹੀਨ ਸੋ ਭੀਲ ਤਰੀ, ਅਰ ਸੀਲ ਬਹੀਨ ਤਰੀ ਗਨਕਾ। ਰੂਪ ਬਹੀਨ ਤਰੀ ਕੁਬਜਾ, ਰਣਾਸ਼ਲ ਰੂਪ ਤਰੇ ਬਨ ਕਾ। ਜਾਤ ਬਹੀਨ ਸੋ ਭੀਲ ਤਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਭਾਵ ਰਸਾਮ੍ਰਿਤ ਗ੍ਰੰਥ ਜੋ ਆਪਾਂ ਪੜ੍ਹ ਵਿਚਾਰ ਰਹੇ ਹਾਂ, 88 ਸਵਈਏ ਦੋਹਰੇ ਹੋ ਚੁੱਕੇ ਹੈ। ਅੱਜ 79 ਜਿਹੜਾ ਛੰਦ ਆਰੰਭ ਕਰ ਲੱਗੇ ਹਾਂ, ਸੋ ਆਓ ਆਪਾਂ ਉਸ ਦੀ ਵਿਚਾਰ ਸਰਵਣ ਕਰੀਏ। ਜਾਤ ਬਹੀਨ ਸੋ ਭੀਲ ਤਰੀ। ਹੇ ਪ੍ਰਭੂ, ਜੇਕਰ ਤੂੰ ਕਹੇ ਕਿ ਤੇਰੀ ਜਾਤੀ ਚੰਗੀ ਨਹੀਂ ਹੈ, ਇਸ ਲਈ ਮੈਂ ਤੈਨੂੰ ਨਹੀਂ ਧਾਰਨਾ ਹੈ, ਤਾਂ ਫਿਰ ਚੰਗੀ ਜਾਤ ਤੋਂ ਜੋ ਹੀਣੀ ਭੀਲਣੀ ਸਵਰੀ ਉਹ ਵੀ ਤਾਂ ਤਰ ਗਈ ਸੀ। ਮਹਾਰਾਜ ਜੇ ਤੁਸੀਂ ਕਹੋ ਵੀ ਤੇਰੀ ਜਾਤ ਚੰਗੀ ਨਹੀਂ ਹੈ ਤਾਂ ਤੈਨੂੰ ਧਾਰਨਾ ਨਹੀਂ ਹੈ, ਅਤੇ ਮੈਂ ਕਹਿੰਦਾ ਹਾਂ ਕਿ ਜਾਤ ਵਿਹੀਨ, ਜਾਤੀ ਤੋਂ ਹੀਣੀ ਜੋ ਮਾਤਾ ਭੀਲਣੀ ਸੀ ਸਵਰੀ, ਸੋ ਗਈ ਉਹ ਵੀ ਤਰੀ ਗਈ ਸੀ, ਉਹਦੀ ਕਿਹੜੀ ਜਾਤ ਵੱਡੀ ਸੀ। ਹਰ ਸੀਲ ਵਿਹੀਨ ਤਰੀ ਗਨਕਾ। ਹਰ ਕਹੀਏ ਤੇ ਜੇਕਰ ਤੁਸੀਂ ਇਹ ਕਹੋ ਕਿ ਤੇਰੇ ਕਰਮ ਚੰਗੇ ਨਹੀਂ ਹੈ, ਤਾਂ ਫਿਰ ਮੈਂ ਇਹ ਕਹਿਣਾ ਵੀ ਵੇਖੋ ਮਹਾਰਾਜ, ਜੋ ਸੀਲ ਚੰਗੇ ਆਚਰਣ, ਸੀਲ ਸੁਭਾਅ ਚੰਗਾ ਆਚਰਣ, ਉਸ ਤੋਂ ਵੀ ਜਿਹੜੀ ਬਹੀਨ ਹੀਣੀ ਸੀ ਉਹ ਕੌਣ? ਗਣਕਾ, ਵੇਸਵਾ। ਅਤੇ ਵੇਸਵਾ ਵੀ ਮਹਾਰਾਜ ਤੇਰਾ ਨਾਮ ਜਪਦੀ ਹੋਈ ਤਰੀ ਤਰ ਗਈ ਸੀ, ਭਾਵ ਤੁਸੀਂ ਤਾਰ ਦਿੱਤਾ ਸੀ। ਗੁਰਬਾਣੀ ਵਿੱਚ ਆਉਂਦਾ ਗਨਕਾ ਉਦਰੀ ਹਰ ਕਾਹੈ ਤੋਤ। ਉਹ ਤੋਤੇ ਨੂੰ ਰਾਮ ਰਾਮ ਕਹਿੰਦੀ ਸਿਖਾਉਂਦੀ ਆਪ ਵੀ ਗਨਕਾ ਉਦਰੀ ਤਰ ਗਈ ਸੀ। ਅਤੇ ਆਪ ਦਾ ਤਾਂ ਮਹਾਰਾਜ ਇਹ ਸੁਭਾਅ ਹੀ ਹੈ ਕਿ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਇਹ ਤਾਂ ਬਹੁਤ ਅਕੱਥ ਕਥਾ ਜੀ ਦੀ। ਜਾਤ ਤੋਂ ਹੀਣੀ ਮਾਤਾ ਭੀਲਣੀ ਵੀ ਤਰੀ ਹੈ। ਜੇ ਤੁਸੀਂ ਕਹੋ ਵੀ ਤੇਰੀ ਜਾਤ ਨਹੀਂ ਉੱਚੀ, ਪਰ ਉਹ ਮਾਤਾ ਭੀਲਣੀ ਦੀ ਕਿਹੜੀ ਜਾਤ ਉੱਚੀ ਸੀ। ਜੇ ਭਗਵਾਨ ਮਹਾਰਾਜ ਤੁਸੀਂ ਇਹ ਕਹੋ ਵੀ ਤੇਰਾ ਚੰਗਾ ਆਚਰਣ ਨਹੀਂ ਹੈ, ਅਤੇ ਮੈਂ ਕਹਿੰਦਾ ਵੀ ਸੀਲ ਵਿਹੀਨ, ਸੀਲ ਚੰਗੇ ਆਚਰਣ ਤੋਂ ਬਿਨਾਂ ਸਤ ਪਰਤੱਗ ਵਾਲਾ ਧਰਮ ਨਹੀਂ ਸੀ ਗਣਕਾ ਦਾ, ਅਤੇ ਵੇਸਵਾ ਸੀ ਪਰ ਮਰਦ ਗਮਨ ਕਰਦੀ ਸੀ, ਪਰ ਉਹ ਆਪ ਜੀ ਦਾ ਨਾਮ ਲੈ ਕੇ ਤਰੀ ਸੀ। ਰੂਪ ਵਿਹੀਨ ਤਰੀ ਕੁਬਜਾ। ਫਿਰ ਰੂਪ ਤੋਂ ਵਿਹੀਨ ਹੀਣੀ, ਕੁਬਜਾ ਜਿਹੜੀ ਮਾਲਣ ਰੋਜ਼ ਕੰਸ ਦੀ ਮਾਲਾ ਬਣਾ ਕੇ ਉਹਦੇ ਗਲ 'ਚ ਪਾਉਂਦੀ ਸੀ, ਮਹਾਰਾਜ ਤੁਹਾਡੇ ਮਿਲਾਪ ਕਰਕੇ ਉਹ ਵੀ ਤਰੀ ਕਹੀਏ ਤਰ ਗਈ ਸੀ। ਹਰਣਾਛਲ ਰੂਪ ਤਰੇ ਬਨ ਕਾ। ਜੇਕਰ ਤੁਸੀਂ ਕਹੋ ਕਿ ਤੂੰ ਪੰਡਿਤ ਗੁਲਾਬ ਸਿੰਘ ਛਲ ਫਰੇਬ ਕਰਦਾ, ਮੈਂ ਤੈਨੂੰ ਨਹੀਂ ਧਾਰਨਾ, ਤਾਂ ਮੈਂ ਕਹਿੰਦਾ ਵੀ ਮਹਾਰਾਜ ਵੇਖੋ, ਜੋ ਬਾਨ ਕਾ ਬਾਨ ਕਹੀਏ ਜੰਗਲ ਕਾ ਕਹੀਏ ਦਾ, ਜੰਗਲ ਦਾ ਛਲ ਕਰਨ ਵਾਲੇ ਹਰਣਾ ਛਲ ਕਰਨ ਵਾਲੇ ਜਿਹੜੇ ਹਰਣਾ ਮ੍ਰਿਗ, ਉਹ ਵੀ ਤਰ ਗਿਆ ਸੀ। ਹਰਣਾ ਦਾ ਅਰਥ ਹੈ ਹਿਰਨ, ਮ੍ਰਿਗ, ਅਤੇ ਛਲ ਦਾ ਅਰਥ ਛਲ। ਬਨ ਕਾ
ਜੰਗਲਾਂ ਦਾ ਛਲ ਕਰਨ ਵਾਲੇ ਮ੍ਰਿਗ ਵੀ ਤਰ ਗਿਆ ਸੀ। ਭਾਵ ਇੱਥੇ ਕਹਿਣ ਦਾ ਮਕਸਦ ਇਹ ਹੈ ਕਿ ਜੋ ਤਾਰਕ ਰਾਖਸ਼ਣੀ ਦਾ ਪੁੱਤਰ ਮਰੀਚ, ਜੋ ਸੀਤਾ ਮਾਤਾ ਜੀ ਦੇ ਰਾਵਣ ਦੁਆਰ ਚਰਾਉਣ ਵੇਲੇ ਸੋਨੇ ਦਾ ਹਿਰਨ ਬਣ ਕੇ ਜੰਗਲ ਵਿੱਚ ਲੰਘਿਆ ਸੀ, ਰਾਮ ਚੰਦਰ ਜੀ ਭਗਵਾਨ ਨੇ ਤੀਰ ਨਾਲ ਮਾਰ ਕੇ ਉਹਦੀ ਕਲਿਆਣ ਕੀਤੀ ਸੀ। ਤਾਰਕ ਰਾਖਸ਼ਣੀ ਦਾ ਪੁੱਤਰ ਮਰੀਚ ਸੀ, ਜੋ ਸੀਤਾ ਮਾਤਾ ਜੀ ਦੇ ਰਾਵਣ ਦੁਆਰ ਚਰਾਉਣ ਵੇਲੇ, ਭਾਵ ਜਦੋਂ ਰਾਮ ਚਰਾਉਣ ਆਇਆ ਸੀ ਤੇ ਉਹ ਪਹਿਲਾਂ ਸੋਨੇ ਦਾ ਹਿਰਨ ਬਣਿਆ ਸੀ ਨਾ, ਜੋ ਉਹ ਮਰੀਚ ਸੀ। ਤੇ ਮਰੀਚ ਹਿਰਨ ਬਣ ਕੇ ਜੰਗਲ ਵਿੱਚ ਲੰਘਿਆ। ਮਾਤਾ ਸੀਤਾ ਕਹਿੰਦੀ ਮੈਨੂੰ ਇਹ ਹਿਰਨ ਚਾਹੀਦਾ ਹੈ। ਭਗਵਾਨ ਰਾਮ ਚੰਦਰ ਜੀ ਪਿੱਛੇ ਪਿੱਛੇ ਜਾਂਦੇ ਤੇ ਤੀਰ ਨਾਲ ਮਾਰ ਕੇ ਉਹਦੀ ਕਲਿਆਣ ਕੀਤੀ ਸੀ। ਹਰਣਾਛਲ ਹਰਣਾ ਹਿਰਨ ਮ੍ਰਿਗ ਜੋ ਛਲ ਕਰਨ ਵਾਲਾ ਸੀ ਮਰੀਚ, ਤੇ ਉਸਨੇ ਮਰੀਚ ਨੇ ਹਰਣਾਛਲ ਰੂਪ, ਮਰੀਚ ਨੇ ਰੂਪ ਧਾਰਿਆ ਹਿਰਨਾਂ ਦਾ, ਜੋ ਜੰਗਲ ਦਾ ਛਲ ਕਰਨ ਵਾਲੇ ਹੈ, ਤੇ ਉਹ ਵੀ ਤਰ ਗਿਆ ਸੀ ਸ਼੍ਰੀ ਰਾਮ ਚੰਦਰ ਭਗਵਾਨ ਦੇ ਤੀਰ ਲੱਗਣੇ ਕਰਕੇ। ਪਾਪ ਅਜਾਮਲ ਪਾਰ ਪਰੇ, ਜੇਕਰ ਆਪ ਜੀ ਕਹੋਗੇ ਤੂੰ ਬੜਾ ਵੱਡਾ ਪਾਪੀ ਹੈ, ਜਿਸ ਕਰਕੇ ਨਹੀਂ ਤੈਨੂੰ ਉਤਾਰਨਾ, ਤਾਂ ਮਹਾਰਾਜ ਮੈਂ ਕਹਿੰਦਾ ਵੀ ਵੇਖੋ ਅਜਾਮਲ ਵਰਗਾ ਹੋਰ ਵੱਡਾ ਪਾਪੀ ਕੌਣ ਹੋਵੇਗਾ। ਪਰ ਉਹ ਅਜਾਮਲ ਪਾਪ ਕਰਨ ਵਾਲਾ ਅਜਾਮਲ ਪਾਪੀ ਵੀ ਇਹ ਸੰਸਾਰ ਸਮੁੰਦਰ ਤੋਂ ਪਾਰ ਪਰੇ ਪੈ ਗਿਆ ਸੀ ਤੁਹਾਡੀ ਮਿਹਰ ਨਾਲ। ਅਜਾਮਲ ਪਾਪੀ ਜਗ ਜਾਨੇ, ਨਿਮਖ ਮਾਹੇ ਨਿਸਤਾਰਾ। ਸੁਣ ਸਾਖੀ ਜਬ ਮਨ ਪਿਆਰ, ਅਜਾਮਲ ਉਧਰਿਆ ਕਹਿ ਅਖਬਾਰ। ਮਹਾਰਾਜ ਇੱਕੋ ਵਾਰ ਹੀ ਕਹਿ ਕੇ ਉਧਰ ਗਿਆ ਸੀ ਉਹ। ਪਾਪ ਅਜਾਮਲ ਪਾਰ, ਪਾਪੀ ਅਜਾਮਲ ਵੀ ਪਾਰ ਪਰੇ ਪੈ ਗਿਆ ਸੀ। ਰਘੁਨਾਇਕ ਬੈਨ ਸੁਨੋ ਜਨ ਕਾ, ਰਘੁਨਾਇਕ ਰਗ ਕਹੀਏ ਰਘੂ, ਰਘੂਆਂ ਦੀ ਕੁਲ ਦੇ ਸ਼੍ਰੋਮਣੀ ਨਾਇਕ ਮਾਲਕ, ਨਾਇਕ ਸ਼੍ਰੋਮਣੀ ਨਾਇਕ ਮਾਲਕ ਉਹ ਕੌਣ ਹੈ? ਸ਼੍ਰੀ ਰਾਮ ਚੰਦਰ ਭਗਵਾਨ ਜੀ। ਰਘੁਨਾਇਕ ਦਾ ਅਰਥ ਸਿੱਧਾ ਜਿਹਾ ਵੀ ਸ਼੍ਰੀ ਰਾਮ ਚੰਦਰ ਭਗਵਾਨ ਜੀ। ਇਸ ਲਈ ਮੇਰੇ ਜਨ ਕਾ, ਜਨ ਦਾ ਵੀ ਬੇਨਤੀ ਵਾਲਾ ਬਚਨ ਜ਼ਰੂਰ ਆਪ ਜੀ ਸੁਣਨਾ ਕਰੋ। ਵੈ ਗੁਣ ਨੇਮ ਤਜੇ ਹਮ ਨਾਥ, ਹੇ ਮੇਰੇ ਨਾਥ ਹਮ ਨਾਥ, ਸਾਡੇ ਮਾਲਕ ਜਾਂ ਮੇਰੇ ਮਾਲਕ ਪ੍ਰਭੂ ਜੀ। ਜਾਂ ਵੈਦ ਅਰਥ, ਜਾਂ ਤਾਂ ਵੈਦ ਅਰਥ ਉਹਨਾਂ, ਜਾਂ ਤੇ ਅਸੀਂ ਉਹਨਾਂ ਵਾਂਗ ਮੈਂ ਵੀ ਸ਼ੁਭ ਗੁਣ ਅਤੇ ਨੇਮ ਨਿਜਮਾਦਿਕ ਤਿਆਗੇ ਹੋਏ ਹਨ। ਵੈ ਹਮਨਾਥ, ਹੇ ਮੇਰੇ ਮਾਲਕ। ਜਾਂ ਤਾਂ ਵੈ ਕਹੀਏ ਉਹਨਾਂ ਵਾਂਗ ਜੋ ਉੱਪਰ ਦੱਸੇ ਹੈ ਸਾਰੇ ਜੋ ਗੁਣਾਂ ਵਾਲੇ ਨਹੀਂ ਸੀ, ਜਾਂ ਤਾਂ ਉਹਨਾਂ ਵਾਂਗ ਜਿਹੜੇ ਉਹਨਾਂ ਵਾਂਗ ਮੈਂ ਵੀ ਜਿਹੜੇ ਸ਼ੁਭ ਗੁਣ ਨੇਮ ਨਿਯਮ ਆਦਿਕ ਉਹ ਤਿਆਗੇ ਹੋਏ ਹਨ। ਭਾਵ ਉਹਨਾਂ ਨਾਲ ਵੀ ਮੈਂ ਗਿਰਿਆ ਹੋਇਆ ਮੇਰਾ ਜੀਵਨ ਹੈ, ਅਤੇ ਗਿਰਿਆ ਹੋਇਆਂ ਨੂੰ ਤੂੰ ਤਾਰਦਾ ਹੈ ਕਿ ਆਪ ਤਿਆਗ ਕਰਿਓ ਪ੍ਰਣ ਕਾ। ਜਾਂ ਫਿਰ ਤੁਸੀਂ ਹੀ ਆਪ ਕਹੀਏ ਆਪਣੇ ਪਤਿਤ ਪਾਵਨ ਸੁਭਾਅ ਵਾਲਾ ਜਿਹੜਾ ਪ੍ਰਣ ਹੈ, ਉਹ ਪ੍ਰਣ ਦਾ ਤਿਆਗ ਕਰਿਓ ਕਹੀਏ ਕਰ ਦਿੱਤਾ ਹੈ। ਭਾਵ ਕਿ ਮੈਂ ਪਾਪੀ ਅਤੇ ਤੂੰ ਪਾਪੀ ਨੂੰ ਤਾਰਨ ਵਾਲਾ ਹੈ। ਫਿਰ ਤਾਰਦਾ ਮਹਾਰਾਜ ਤਾਰਦੇ ਕਿਉਂ ਨਹੀਂ ਹੋ? ਮੈਨੂੰ ਤਾਂ ਇਉਂ ਲੱਗਦਾ ਵੀ ਜਾਂ ਤਾਂ ਮੈਂ ਉਹਨਾਂ ਵਾਂਗ, ਜਾਂ ਉਹਨਾਂ ਤੋਂ ਗਿਰਿਆ ਹੋਇਆ ਬਣ ਕੇ ਅਤੇ ਗੁਣ ਅਤੇ ਨੇਮ ਨਿਯਮ ਤਿਆਗੇ ਛੱਡ ਦਿੱਤੇ ਹੈ, ਤਾਂ ਨਹੀਂ ਤੁਸੀਂ ਤਾਰਦੇ।
ਅਤੇ ਕੇ ਦਾ ਅਰਥ ਵੀ ਜਾਂ ਤਾਂ ਫਿਰ ਆਪ ਜੀ ਨੇ ਜਿਹੜਾ ਪਾਪੀਆਂ ਨੂੰ ਤਾਰਨ ਵਾਲਾ ਪਤਿਤ ਪਾਵਨ ਵਾਲਾ ਸੁਭਾਅ ਹੈ ਉਹ ਪ੍ਰਣ ਸੀ, ਉਹ ਪ੍ਰਣ ਦਾ ਤਿਆਗ ਕਰ ਦਿੱਤਾ ਹੈ। ਪਤਿਤ ਜਿਵੇਂ ਭਗਤ ਮਹਾਰਾਜ ਜੀ ਨੂੰ ਕਹਿੰਦੇ ਸਨ ਕਿ ਤੂੰ ਤੇ ਪਤਿਤ ਹੈ, ਨਾਮਦੇਵ ਰਵਿਦਾਸ। ਅਤੇ ਭਗਤ ਮਹਾਰਾਜ ਕਹਿੰਦੇ ਮਹਾਰਾਜ ਜੋ ਪੇ ਹਮ ਨਾ ਪਾਪ ਕਰੰਤਾ ਅਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਤਾ। ਮਹਾਰਾਜ ਜੇ ਪਾਪ ਹੀ ਨਾ ਕਰਦੇ, ਤੁਸੀਂ ਸਾਨੂੰ ਪਵਿੱਤਰ ਨਾ ਕਰਦੇ, ਤੁਹਾਡਾ ਨਾਮ ਹੀ ਪਤਿਤ ਪਾਵਨ ਕਿਵੇਂ ਹੁੰਦਾ। ਇੱਥੇ ਕਵੀ ਜੀ ਕਹਿ ਰਹੇ ਵੀ ਜਾਂ ਤਾਂ ਤੁਸਾਂ ਨੇ ਪਤਿਤ ਪਾਵਨ ਭਾਵ ਪਤਿਤ ਪਾਪੀਆਂ ਨੂੰ ਪਾਵਨ ਪਵਿੱਤਰ ਕਰਨ ਵਾਲਾ ਸੁਭਾਅ ਵਾਲਾ ਪ੍ਰਣ ਛੱਡ ਦਿੱਤਾ, ਜਾਂ ਤਾਂ ਮੈਂ ਜਿਹਨਾਂ ਨੂੰ ਤੁਸੀਂ ਬਖਸ਼ਿਆ ਗਣਕਾ ਨੂੰ, ਮਾਤਾ ਭੇਲਣੀ ਨੂੰ, ਕੁਬਜਾ ਨੂੰ, ਮਰੀਚ ਨੂੰ, ਜਾਮਲ ਪਾਪੀ ਨੂੰ, ਜਾਂ ਤਾਂ ਮੈਂ ਉਹਨਾਂ ਤੋਂ ਬਹੁਤ ਵੱਡਾ ਗਿਰਿਆ ਹੋਇਆ ਹਾਂ, ਤਾਂ ਨਹੀਂ ਤੋਂ ਤਾਰਦਾ। ਅਸਲ ਵਿੱਚ ਮਹਾਰਾਜ ਤੈਨੂੰ ਤਾਰਨਾ ਚਾਹੀਦਾ ਮੈਨੂੰ ਪਾਪੀ ਨੂੰ, ਇਹ ਕਹਿ ਰਹੇ ਹੈ। ਸਵਈਆ ਗੁਣ ਥੋੜ ਹੈ ਤੇ ਪ੍ਰਭ ਰੀਝ ਰਹੇ। ਹੇ ਪ੍ਰਭੂ, ਤੁਸੀਂ ਪਹਿਲਾਂ ਤਾਂ ਥੋੜ੍ਹੇ ਕਈ ਗੁਣਾਂ 'ਤੇ ਰੀਝ ਕਹੀਏ ਪ੍ਰਸੰਨ ਹੋ ਜਾਂਦੇ ਸੀ। ਗੁਣ ਥੋੜ੍ਹੇ ਅਤੇ ਥੋੜ੍ਹੇ ਗੁਣਾਂ 'ਤੇ ਹੀ ਪ੍ਰਭੂ ਜੀ ਰੀਝ ਰਹੇ, ਰੀਝੇ ਪ੍ਰਸੰਨ ਰਹਿੰਦੇ ਹੁੰਦੇ ਸੀ, ਪ੍ਰਸੰਨ ਹੋ ਜਾਂਦੇ ਸੀ। ਵਹ ਭੂਲ ਗਈ ਅਬ ਬਾਣ ਤੁਮਾਰੀ, ਕਿ ਮਹਾਰਾਜ ਅਬ ਹੁਣ ਜਿਹੜੀ ਉਹ ਜਿਹੜੀ ਤੁਹਾਡੀ ਵਹਿ ਦਾ ਅਰਥ ਉਹ ਜਿਹੜੀ ਉਹ ਤੁਮਾਰੀ ਕੀ ਤੁਹਾਡੀ ਅਬ ਕੀ ਹੁਣ ਮਹਾਰਾਜ ਉਹ ਤੁਹਾਡੀ ਜਿਹੜੀ ਬਾਣ ਆਦਤ ਹੈ ਉਹ ਭੁੱਲ ਗਏ ਆਪ ਜੀ ਨੂੰ, ਕਿ ਪਹਿਲਾਂ ਥੋੜ੍ਹੇ ਗੁਣਾਂ 'ਤੇ ਪ੍ਰਸੰਨ ਹੋ ਜਾਂਦੇ ਸੀ, ਕਿ ਜਾਂ ਉਹ ਜਿਹੜੀ ਆਦਤ ਸੀ ਵੀ ਥੋੜ੍ਹੇ ਗੁਣਾਂ 'ਤੇ ਪ੍ਰਸੰਨ ਹੋ ਜਾਣ ਵਾਲਾ ਉਹ ਭੁੱਲ ਗਈ ਆਪ ਜੀ ਨੂੰ। ਫਲ ਫੂਲਣ 'ਤੇ ਬੰਦ ਭੀਲ ਸੁਤਾ, ਹੁਣ ਪ੍ਰਮਾਣ ਦਿੰਦੇ ਕਹਿੰਦੇ ਦੇਖੋ ਤੁਸੀਂ ਜੰਗਲ ਦੇ ਵਿੱਚ ਭੀਲ ਸੁਤਾ, ਭੀਲਾਂ ਦੀ ਲੜਕੀ ਭੀਲਣੀ ਸਵਰੀ ਮਾਤਾ, ਉਹਦੇ ਹੱਥੋਂ ਫਲ ਫੂਲਣ, ਫਲ ਅਤੇ ਫੁੱਲ ਖਾ ਕੇ ਜਿਹੜਾ ਸੀ ਉਹਦਾ ਉਧਾਰ ਕਰ ਦਿੱਤਾ ਸੀ, ਉਹਦਾ ਜੀਵਨ ਜਾਂ ਜਪ ਤਪ ਨਹੀਂ ਵੇਖਿਆ। ਵਨ ਭੀਲ ਸੁਤਾ, ਵੀ ਜੰਗਲ ਵਿੱਚ ਰਹਿੰਦੀ ਜਿਹੜੀ ਭੀਲਾਂ ਦੀ ਸੁਤਾ ਮਾਤਾ ਸਵਰੀ ਸੀ, ਅਤੇ ਉਹਦੇ ਤੋਂ ਫਲ ਲੈ ਕੇ ਅਤੇ ਫੁੱਲ ਲੈ ਕੇ ਉਹਦਾ ਉਧਾਰ ਕਰ ਦਿੱਤਾ। ਨਾ ਉਹਦਾ ਜਪ ਵੇਖਿਆ, ਨਾ ਤਪ ਵੇਖਿਆ, ਨਾ ਜੀਵਨ ਵੇਖਿਆ। ਪਹਿਲੀ ਮੁਲਾਕਾਤ ਸੀ। ਮਥਰਾਪੁਰ ਮੈਂ ਹਰ ਕੂਪ ਵਰਤਾਰੀ, ਹਰ ਹੇ ਪ੍ਰਭੂ ਜੀ ਕ੍ਰਿਸ਼ਨ ਰੂਪ ਵਿੱਚ ਆਪ ਜੀ ਨੇ ਮਥੁਰਾਪੁਰੀ ਦੇ ਅੰਦਰ ਵਿੱਚ ਜਿਹੜੀ ਕੁੱਬੀ ਸੀ ਮਾਲਣ, ਅਤੇ ਉਹਦਾ ਲੱਕ ਸਿੱਧਾ ਕਰਕੇ ਤਾਰੀ, ਉਸ ਦਾ ਵੀ ਉਧਾਰ ਕਰ ਦਿੱਤਾ ਸੀ। ਕਿੰਨਾ ਕੁ ਸਮਾਂ ਬਸ ਇੱਕੋ ਮਿਲਾਪ ਹੋਇਆ, ਮਾਲਾ ਹੀ ਲਈ ਹੈ ਬਸ ਆਪ ਜੀ ਨੇ। ਗਣਕਾ ਗਜਰਾਜ ਉਧਾਰ ਕਰੇ, ਗਣਕਾ ਜਿਹੜੀ ਵੇਸਵਾ ਸੀ, ਗਜਰਾਜ ਗਜ ਨਾਮ ਹਾਥੀਆਂ ਦਾ, ਰਾਜ ਨਾਮ ਰਾਜੇ ਦਾ, ਜੋ ਹਾਥੀਆਂ ਦਾ ਰਾਜਾ ਐਰਾਵਤ ਹਾਥੀ ਸੀ, ਉਹਦਾ ਥੋੜ੍ਹਾ ਕੁ ਗੁਣ ਦੇ ਕੇ ਹੀ ਅਤੇ ਉਧਾਰ ਕਰੇ, ਉਹਨਾਂ ਦਾ ਵੀ ਉਧਾਰ ਕਰ ਦਿੱਤਾ। ਕਮਲ ਫੁੱਲ ਲੈ ਕੇ ਹਰੀਹਰ ਖੇਤਰ ਵਿੱਚ ਗਣਕਾ ਵੀ ਮਹਾਰਾਜ ਉਹਨੂੰ ਤੁਸੀਂ ਨਾਮ ਦੇ ਕੇ ਗਜਰਾਜ ਪਾਸੋਂ ਕਮਲ ਫੁੱਲ ਲੈ ਕੇ ਉਹਦਾ ਉਧਾਰ ਕਰ ਦਿੱਤਾ। ਤਬ ਦਿਆਲ ਹੋਤੇ ਸੋ ਮੁਕੰਦ ਮੁਰਾਰੀ, ਤੇ ਮੁਕੰਦ ਮੁਕਤੀ ਦਾਤੇ ਮੁਰਾਰੀ, ਹੇ ਮੁਰਾਰੀ ਪ੍ਰਭੂ ਮੁਰ ਦੈਂਤ ਦੇ ਵੈਰੀ, ਮੁਰ ਨਾਮ ਦਾ ਦੈਂਤ ਕੰਨੇ ਵਿੱਚੋਂ ਐੜਾ ਨਿਕਲ ਜਾਣਾ ਅਤੇ ਆਰੀ ਹੋ ਜਾਣਾ, ਮੁਰ ਦੈਂਤ ਦੇ ਵੈਰੀ ਮੁਕਤੀ ਦਾਤੇ ਪ੍ਰਭੂ। ਤਬ ਦਿਆਲ ਹੋਤੇ, ਤਦੋਂ ਤੁਸੀਂ ਬਹੁਤ ਦਿਆਲੂ ਹੁੰਦੇ ਸੀ, ਜਦੋਂ ਇੰਨੇ ਕੌਤਕ ਕੀਤੇ। ਅਬ ਕੈ ਕਰਨਾ ਹਰ ਪੀਠ ਦਈ, ਹੇ ਪ੍ਰਭੂ ਜੀ
ਜਾਂ ਕੈ ਦਾ ਅਰਥ ਜਾਂ ਅਬ ਦਾ ਅਰਥ ਹੁਣ। ਹੇ ਪ੍ਰਭੂ ਜੀ, ਜਾਂ ਹੁਣ ਤੁਸੀਂ ਆਪਣੇ ਜਿਹੜੇ ਕਰੁਣਾ ਕਿਰਪਾਲੂ ਕਿਰਪਾਲੂ ਸੁਭਾਅ, ਦਿਆਲੂ ਸੁਭਾਅ ਹੈ, ਦਇਆ ਵਾਲਾ ਸੁਭਾਅ, ਉਹਨੂੰ ਪੀਠ ਕਹੀਏ ਪਿੱਠ ਦੇ ਦਿੱਤੀ ਹੈ। ਪਹਿਲਾਂ ਤਾਂ ਬੜੇ ਦਿਆਲੂ ਕਿਰਪਾਲੂ ਹੁੰਦੇ ਸੀ ਮਹਾਰਾਜ, ਹੁਣ ਕੀ ਉਹ ਜਿਹੜਾ ਕਰੁਣਾ ਕਿਰਪਾਲੂ ਸੁਭਾਅ ਉਹਨੂੰ ਪਿੱਠ ਦੇ ਦਿੱਤੀ ਮਹਾਰਾਜ। ਹਰ ਕੈ ਫਰਿਓ ਕਰ ਕਾਗਦ ਕਾਰੀ, ਜਾਂ ਕੈ ਦਾ ਅਰਥ ਜਾਂ, ਹਰ ਦਾ ਅਰਥ ਅਤੇ ਜਾਂ ਫਿਰ ਤੁਸੀਂ ਸਾਡੇ ਪਾਪਾਂ ਦਾ ਜਿਹੜਾ ਹਿਸਾਬ ਕਿਤਾਬ ਕਰ ਲਈ, ਸਾਡੇ ਲੇਖਾਂ ਦਾ ਜਿਹੜੀ ਕਾਰੀ ਕਹੀਏ ਕਾਲਾ ਕਾਗਜ਼ ਹੈ, ਉਹ ਆਪਣੇ ਕਰ ਹੱਥ ਵਿੱਚ ਫੜ ਲਿਆ ਹੈ। ਫਰਿਓ ਕਹੀਏ ਫੜ ਲਿਆ ਹੈ, ਕਰ ਨਾਮ ਹੱਥ ਦਾ ਇੱਥੇ। ਹਰ ਕੈ ਫਰਿਓ ਕਰ ਕਾਗਦ ਕਾਰੀ, ਅਤੇ ਜਾਂ ਤੁਸਾਂ ਨੇ ਸਾਡੇ ਜਿਹੜੇ ਪਾਪਾਂ ਦੇ ਹਿਸਾਬ ਕਿਤਾਬ ਦਾ ਕਾਰੀ ਕਾਲਾ ਕਾਗਜ਼ ਚਿੱਠਾ ਹੈ, ਕਿ ਉਹ ਮਹਾਰਾਜ ਕਰ ਆਪਣੇ ਹੱਥਾਂ ਵਿੱਚ ਫੜ ਲਿਆ ਵੀ ਤੁਹਾਡੇ ਪਾਪ ਬੜੇ, ਇਸ ਕਰਕੇ ਤੁਹਾਡਾ ਪਾਪ ਉਤਾਰਾ ਨਹੀਂ ਕਰਨਾ ਹੈ। ਤਾਂ ਇਸ ਕਰਕੇ ਨਹੀਂ ਮਹਾਰਾਜ ਤੁਸੀਂ ਫਿਰ ਰੀਝ ਰਹੇ, ਇਹੀ ਕਾਰਨ ਹੋਵੇਗਾ। ਜਿਵੇਂ ਆਪਣੇ ਵੱਲੋਂ ਪੰਡਿਤ ਗੁਲਾਬ ਸਿੰਘ ਜੀ ਬੜੇ ਪ੍ਰੇਮ ਵਿੱਚ ਆ ਕੇ ਕਹਿ ਰਹੇ ਹੈ, ਦੋਹਰਾ ਹੇ ਮੇਰੇ ਦੋਹਰਾ ਕਾਗਦ ਲੇਖਾ ਜੋ ਕਰੋ, ਕਹਾਂ ਪੁਜਾਵੋ ਨਾਥ। ਹੇ ਮੇਰੇ ਨਾਥ ਮਾਲਕ ਪ੍ਰਭੂ ਜੀ, ਕਾਗਦ ਲੇਖਾ ਜੋ ਕਰੋ, ਜੋ ਕਹੀਏ ਜੇਕਰ ਤੁਸੀਂ ਸਾਡੇ ਕਰਮਾਂ ਦਾ ਹਿਸਾਬ ਕਿਤਾਬ ਦਾ ਕਾਗਜ਼ ਦੇ ਉੱਪਰ ਲੇਖਾ ਜੋਖਾ ਹਿਸਾਬ ਕਿਤਾਬ ਕਰੋਗੇ, ਤਾਂ ਫਿਰ ਕਹਾਂ ਪੁਜਾਵੋ ਨਾਥ, ਤਾਂ ਫਿਰ ਨਾਥ ਕਹੀਏ ਮਾਲਕ ਜੀ ਪੁਜਾਵਾਂ ਪੂਰੀ, ਕਹਾਂ ਕਿੱਥੇ ਪਵੇਗੀ। ਕਹਾਂ ਦਾ ਅਰਥ ਕਿੱਥੇ, ਪੁਜਾਵਾਂ ਦਾ ਅਰਥ ਪੂਰੀ, ਜਾਂ ਪੁਜਾਓ ਕਿੱਥੇ ਪੁਜਾਵੋਗੇ ਸਾਨੂੰ, ਕਿੱਥੇ ਪੁਜਾਓਗੇ ਪੂਰੀ ਪਵੇਗੀ। ਮਹਾਰਾਜ ਕਹਾਂ ਪੁਜਾਵਾਂ, ਮੈਂ ਤੇਰੇ ਨਾਲ ਮਿਲਣ ਲਈ ਕਿਵੇਂ ਪੁੱਜ ਸਕਦਾ ਹਾਂ, ਭਾਵ ਤੇਰੇ ਨਾਲ ਨਹੀਂ ਮਿਲ ਸਕਦਾ। ਕਹਾਂ ਪੁਜਾਵੋ ਨਾਥ, ਮਾਲਕ ਜੀ ਕਿੱਥੇ ਤੱਕ ਮੈਂ ਤੁਹਾਡੇ ਨਾਲ ਪਹੁੰਚਾਂਗਾ, ਪੁੱਜ ਸਕਦਾ ਨਹੀਂ, ਪਹੁੰਚ ਸਕਦਾ। ਜੇ ਲੇਖਾ ਜੋਖਾ ਕਰੋਗੇ ਕਦੀ ਨਹੀਂ ਛੁੱਟ ਸਕਦੇ, ਲੇਖਾ ਕਦੇ ਨਾ ਛੁੱਟੀਏ, ਕਿਨ ਕਿਨ ਭੂਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਮਹਾਰਾਜ ਲੇਖਿਆਂ ਵਿੱਚ ਤੁਸੀਂ ਬੜੇ ਢਿੱਲੇ ਹਾਂ, ਸਾਡੇ 'ਤੇ ਪਾਪ ਬਹੁਤ ਔਗਣ ਭਰੇ ਹੋਏ ਹੈ। ਔਗਣ ਮੇਰੇ ਬਖਸ਼ੀਏ, ਮਾਥੇ ਧਰੀਐ ਹਾਥ। ਇਸ ਲਈ ਮਹਾਰਾਜ ਮੇਰੇ ਸਾਰੇ ਔਗਣ ਜਿਹੜੇ ਗੁਨਾਹ ਹਨ, ਅਪਰਾਧ ਹਨ, ਉਹ ਬਖਸ਼ੀਏ, ਮਾਫ਼ ਕਰ ਦੇਣਾ ਕਰੀਏ, ਬਖਸ਼ ਦਈਏ। ਮਾਥੇ ਧਰੀਏ ਹਾਥ, ਅਤੇ ਮੇਰੇ ਮੱਥੇ ਮਸਤਕ ਉੱਪਰ ਆਪਣੀ ਕਿਰਪਾ ਦਾ ਹੱਥ ਧਰੀਏ ਰੱਖਣਾ ਕਰੋ। ਇਹੀ ਹੱਲ ਹੈ ਮਹਾਰਾਜ, ਲੇਖਿਆਂ ਨਾਲ ਅਸੀਂ ਕਦੀ ਛੁੱਟ ਨਹੀਂ ਸਕਦੇ ਹਾਂ। ਸਵਈਆ ਅਭਿਬੰਧਨ ਤੇ ਹਰ ਪਾਦਨ ਕੋ, ਜਗ ਮਾਹੀ ਭਿਖੇ ਸੋ ਉਦਰ ਉਦਾਰੀ। ਅਭਿਬੰਧਨ ਤੇ ਹਰ ਪਾਦਨ ਕੋ, ਹੇ ਪ੍ਰਭੂ ਜੀ ਹੇ ਪ੍ਰਭੂ ਜੀ, ਤੇ ਦਾ ਅਰਥ ਤੇਰੇ, ਪਾਦਨ ਦਾ ਅਰਥ ਚਰਨ ਕਮਲ, ਕੋ ਦਾ ਅਰਥ ਨੂੰ, ਅਭਿ ਦਾ ਅਰਥ ਹੁੰਦਾ ਦਿਲੋਂ ਜਾਂ ਹਿਰਦਾ ਜਾਂ ਮਨ, ਬੰਧਨ ਦਾ ਅਰਥ ਨਮਸਕਾਰ। ਹੇ ਮੇਰੇ ਪ੍ਰਭੂ ਜੀ, ਤੇਰੇ ਪਾਦਨ ਜਿਹੜੇ ਚਰਨ ਕਮਲਾਂ ਨੂੰ ਮੈਂ ਆਪਣੇ ਆਪ ਹਿਰਦੇ, ਮਨ, ਦਿਲ ਅੰਦਰ ਜਾਂ ਮਨੋਂ, ਦਿਲੋਂ, ਹਿਰਦੇ ਵਿੱਚੋਂ ਬੰਧਨ ਨਮਸਕਾਰ ਕਰਦਾ ਹਾਂ। ਜਗ ਮਾਹੇ ਭਿਖੇ ਸੋ ਉਦਾਰੀ, ਜੋ ਚਰਨ ਕਮਲ ਜਗ ਮਾਹੀ, ਇਸ ਸੰਸਾਰ ਦੇ ਵਿੱਚ ਮੈਂ ਸਭ ਉਦਾਰ
ਉਦਾਰੀ। ਉਦਾਰ ਦਾ ਅਰਥ ਮੈਂ ਸਭ ਸ੍ਰੇਸ਼ਟ ਤੋਂ ਵੀ ਉਦਾਰੀ ਕਹੀਏ ਸ੍ਰੇਸ਼ਟ ਵਿਖੇ ਵੇਖੇ ਹਨ। ਆਪ ਜੀ ਦੇ ਚਰਨ ਕਮਲਾਂ ਤੋਂ ਮੈਂ ਦਿਲੋਂ ਨਮਸਕਾਰ ਕਰਦਾ ਹਾਂ। ਜੋ ਜਗ ਮਾਏ ਸੰਸਾਰ ਵਿੱਚ ਮੈਂ ਉਦਾਰੀ ਸ੍ਰੇਸ਼ਟ ਤੋਂ ਸ੍ਰੇਸ਼ਟ ਚਰਨ ਕਮਲ ਆਪ ਜੀ ਦੇ ਵੇਖੇ ਹੈ। ਸਸ ਮੰਡਲ ਮੈਂ ਬਹੁ ਕ੍ਰਾਂਤ ਹੁਤੀ। ਹੇ ਪ੍ਰਭੂ, ਚੰਦਰਮਾ ਦੇ ਮੰਡਲ ਵਿੱਚ, ਸਸ ਨਾਮ ਚੰਦਰ ਦਾ ਹੈ, ਮੰਡਲ ਨਾਮ ਮੰਡਲ ਦਾ, ਗੋਲਾਕਾਰ ਸਥਾਨ ਨੂੰ ਮੰਡਲ ਕਿਹਾ ਜਾਂਦਾ ਜਾਂ ਮੰਡਲ ਦਾ ਅਰਥ ਸਥਾਨ। ਹੇ ਪ੍ਰਭੂ, ਚੰਦਰਮਾ ਦੇ ਮੰਡਲ ਵਿੱਚ, ਮੈਂ ਦਾ ਅਰਥ ਵਿੱਚ, ਮੈਂ ਮੰਡਲ ਵਿੱਚ ਉਸ ਦੀ ਜਿਹੜੀ ਬਹੁਤ ਕ੍ਰਾਂਤ, ਬਹੁਤ ਸੋਭਾ ਪ੍ਰਤੀਤ ਹੁੰਦੀ ਸੀ, ਵੇਖੀ ਹੈ। ਭਾਵ ਰਾਤ ਨੂੰ ਚੰਦਰਮਾ ਚਮਕਦਾ ਹੈ, ਬਹੁਤ ਸੁੰਦਰ ਦਿਖਦਾ ਸੀ। ਸਸ ਮੰਡਲ ਮੈਂ ਬਹੁ ਕ੍ਰਾਂਤ ਹੋਤੀ। ਹੇ ਪ੍ਰਭੂ, ਜੋ ਸਸ ਮੰਡਲ ਚੰਦਰਮਾ ਦੇ ਮੰਡਲ ਵਿੱਚ ਉਸ ਦੀ ਬਹੁਤ ਜਿਹੜੀ ਸੋਭਾ ਕ੍ਰਾਂਤੀ ਉਹ ਹੁੰਦੀ ਸੀ, ਹੁੰਦੀ ਹੈ। ਭਿਖ ਆਨੰਦ ਤੇ ਸੋ ਲੱਗੈ ਬੁਖਾਰੀ। ਪਰ ਹੁਣ ਤੇਰਾ ਜਿਹੜਾ ਆਨੰਦ ਮੁਖੜਾ ਵੇਖ ਗਈਏ ਵੇਖ ਕੇ, ਸੋ ਅਬ ਹੁਣ ਉਸ ਚੰਦਰਮਾ ਦੀ ਸੋਭਾ ਖਾਰੀ ਕਹੀਏ ਫਿੱਕੀ ਲੱਗਦੀ ਹੈ। ਭਾਵ ਕਿ ਸਸ ਜਿਹੜਾ ਚੰਦਰਮਾ ਮੰਡਲ ਵਿੱਚ ਬਹੁਤ ਕ੍ਰਾਂਤੀ ਮਹਾਰਾਜ ਦਿਸਦੀ ਹੈ ਸੀ। ਭਿਖ ਆਨੰਦ ਤੇ ਪਰ ਤੇ ਜਿਹੜਾ ਆਪ ਜੀ ਤੇਰਾ ਕਹੀਏ, ਤੇਰਾ ਜਾਂ ਆਪ ਜੀ ਦਾ ਆਨੰਦ ਮੁੱਖ ਹੈ, ਉਸ ਨੂੰ ਵੇਖ ਕੇ ਹੁਣ ਤੇ ਜਿਹੜੀ ਹੈ ਉਹ ਚੰਦਰਮਾ ਦੀ ਜਿਹੜੀ ਸੋਭਾ ਲੱਗੈ ਖਾਰੀ, ਫਿੱਕੀ ਲੱਗਦੀ ਹੈ। ਦ੍ਰਿਗ ਕੰਜਨ ਤੇ ਸੋ ਉਦਾਰ ਕਰੇ। ਹੇ ਪ੍ਰਭੂ, ਤੇ ਦਾ ਅਰਥ ਇੱਥੇ ਤੇਰੇ ਸਰਗੁਣ ਸਰੂਪ ਵਿੱਚ ਦ੍ਰਿਗ ਕੰਜਨ, ਦ੍ਰਿਗ ਨਾਮ ਨੇਤਰ ਦਾ, ਕੰਜਨ ਨਾਮ ਕਮਲ ਦਾ, ਤੇਰੇ ਸਰਗੁਣ ਸਰੂਪ ਵਿੱਚ ਨੇਤਰ ਕਮਲ ਨਾਲੋਂ ਵੀ, ਨੇਤਰਾਂ ਵਿੱਚ ਕਮਲ ਨਾਲੋਂ ਵੀ ਉਦਾਰ, ਸ੍ਰੇਸ਼ਟ ਤੇ ਖਿੜੇ ਹੋਏ ਵੇਖੇ ਹਨ। ਲਟਕੀ ਅਲਕੈ ਸਰੁਤ ਉਪਰ ਕਾਰੀ। ਤੁਹਾਡੇ ਜਿਹੜੇ ਸਰੁਤ ਕੰਨਾਂ ਦੇ ਉੱਪਰ, ਤੁਹਾਡੇ ਕੇਸਾਂ ਦੀਆਂ ਜਿਹੜੀਆਂ ਕਾਲੀਆਂ ਕਾਲੀਆਂ ਅਲਕਾਂ ਕਈ ਜ਼ੁਲਫਾਂ ਹੈ, ਉੱਪਰ ਸਰੁਤ ਉੱਪਰ ਕਾਰੀ। ਆਪ ਜੀ ਦੇ ਕੰਨਾਂ ਦੇ ਉੱਪਰ ਜਿਹੜੀ ਕਾਰੀ ਕਹੀਏ, ਕਾਲੀਆਂ ਕਾਲੀਆਂ ਕੇਸਾਂ ਦੀਆਂ ਜਿਹੜੀਆਂ ਅਲਕਾ ਜ਼ੁਲਫਾਂ ਹੈ, ਲਟਕੀ, ਉਹ ਬਹੁਤ ਲਟਕ ਰਹੀਆਂ ਹਨ ਅਤੇ ਬਹੁਤ ਸ਼ੋਭਾ ਪਾ ਰਹੀਆਂ ਹਨ। ਸੋਹਣੇ ਨੱਕ, ਜਿਨ ਲੰਬੜੇ ਵਾਲਾ, ਕੰਚਨ ਕਾਇਆ ਸੋਇਨੇ ਕੀ ਢਾਲਾ, ਬੰਕੇ ਲੋਇਨ ਤਿਰਬੰਕੇ ਲੋਇਨ ਦੰਤ ਰਸਾਲਾ, ਐਸਾ ਸਰੂਪ ਹੈ। ਦ੍ਰਿਗ ਕੰਜਨ ਤੇ ਸੋ ਉਦਾਰ ਕਰੇ। ਆਪ ਕਵੀ ਜੀ ਕਹਿ ਰਹੇ ਵੀ ਭਗਵਾਨ ਜੀ ਆਪ ਜੀ ਦੇ ਸਰਗੁਣ ਸਰੂਪ ਵਿੱਚ ਜਿਹੜੇ ਨੇਤਰ ਹੈ, ਉਹ ਕਮਲ ਨਾਲੋਂ ਵੀ ਉਦਾਰ ਸ੍ਰੇਸ਼ਟ ਤੇ ਖਿੜੇ ਕਹੀਏ ਖਿੜੇ ਹੋਏ ਹਨ। ਕਿਉਂਕਿ ਕਮਲ ਫੁੱਲ ਵੀ ਬੰਦ ਹੋ ਜਾਂਦਾ, ਸਦਾ ਨਹੀਂ ਖਿੜਿਆ ਰਹਿੰਦਾ, ਪਰ ਭਗਵਾਨ ਪਰਮੇਸ਼ਰ ਤੇਰੇ ਨੇਤਰ ਸਦਾ ਹੀ ਖਿੜੇ ਹੀ ਰਹਿੰਦੇ ਹਨ ਭਗਤ ਜਨਾਂ ਨੂੰ ਦਰਸ਼ਨ ਦੇਣ ਲਈ, ਤੇ ਸ੍ਰੇਸ਼ਟ ਹਨ। ਕਿਉਂਕਿ ਪਰਮਾਤਮਾ ਦੀ ਦ੍ਰਿਸ਼ਟੀ ਐਸੀ ਹੈ, ਸਭ ਨੂੰ ਨਿਹਾਲ ਹੀ ਕਰਦੀ। ਨਾਨਕ ਨਦਰੀ ਨਦਰ ਨਿਹਾਲ। ਕਮਲ ਫੁੱਲ ਵੀ ਹਜੇ ਸ੍ਰੇਸ਼ਟ ਨਹੀਂ ਹੈ, ਭੌਰੀ ਦੀ ਜਾਨ ਲੈ ਲੈਂਦਾ ਹੈ। ਲਟਕੀ ਅਲਕੈ ਸਰੁਤ ਉਪਰ ਕਾਰੀ। ਤੇ ਆਪ ਜੀ ਦੇ ਜਿਹੜੇ ਸਰੁਤ ਹਨ, ਕੰਨਾਂ ਦੇ ਉੱਪਰ, ਕੇਸਾਂ ਦੀਆਂ ਜਿਹੜੀਆਂ ਕਾਲੀਆਂ ਕਾਲੀਆਂ ਅਲਕਾਂ ਜ਼ੁਲਫਾਂ ਹੈ, ਲਟਕੀ ਕਹੀਏ ਲਟਕ ਰਹੀਆਂ ਹਨ। ਸ਼ੁਭ ਕੁੰਡਲ ਛਾਇਕ ਬੋਲ ਰਹੇ। ਹੇ ਪ੍ਰਭੂ, ਤੁਹਾਡੇ ਕੰਨਾਂ ਵਿੱਚ ਪਾਏ ਹੋਏ ਜਿਹੜੇ ਕੁੰਡਲ ਹਨ, ਵਾਲੇ ਕੁੰਡਲ ਹੁੰਦੇ ਆ ਛੋਟੇ ਛੋਟੇ ਜਾਂ ਵਾਲੇ, ਉਹ ਤੁਹਾਡੀਆਂ ਕਪੋਲ ਜਿਹੜੀਆਂ ਗੱਲਾਂ,
ਕਪੋਲ ਦਾ ਅਰਥ ਗੱਲਾਂ। ਗੱਲਾਂ ਉੱਪਰ ਬਹੁਤ ਸ਼ੁਭ ਚੰਗੀ ਤਰ੍ਹਾਂ ਛਾ ਰਹੇ ਆ, ਫੱਬ ਰਹੇ ਹਨ। ਸ਼ੁਭ ਕੁੰਡਲ, ਸਿੱਧਾ ਅਰਥ ਵੀ ਜਿਹੜੇ ਚੰਗੇ ਚੰਗੇ ਕੁੰਡਲ ਹੈ ਮਹਾਰਾਜ ਉਹ ਆਪ ਜੀ ਦੀਆਂ ਕਪੋਲ ਗੱਲਾਂ ਦੇ ਉੱਪਰ ਬੜੇ ਛਾਏ ਜਿਹੜੇ ਛਾ ਰਹੇ ਹੈ, ਸ਼ੁਭ ਕਹੀਏ ਸ਼ੋਭਾ ਪਾ ਰਹੇ ਹੈ ਅਤੇ ਫੱਬ ਰਹੇ ਹਨ। ਕਰ ਮਾਹੇ ਕੱਟੇ ਔਰ ਹਰ ਅਪਾਰੀ। ਕਰ ਮਾਹੇ ਕਟੇ, ਕਟੇ ਪਾਠ ਭੋਲਾ ਹੀ ਕਰਨਾ ਕਿਉਂਕਿ ਕਟੇ ਦਾ ਅਰਥ ਘੜੇ। ਕਾਰਾ ਨਾਮ ਹੱਥ ਦਾ ਹੈ, ਅਪਾਰੀ ਨਾਮ ਬੇਅੰਤ ਦਾ ਹੈ, ਔਰ ਨਾਮ ਹਿਰਦੇ ਦਾ ਹੁੰਦਾ। ਇੱਥੇ ਅਰਥ ਲੈਣਾ ਗਲਾ। ਤੁਹਾਡੇ ਕਰ ਮਾਹੇ, ਤੁਹਾਡੇ ਹੱਥ ਦੇ ਵਿੱਚ ਕਟੇ ਜਿਹੜੇ ਘੜੇ ਪਹਿਨੇ ਹੋਏ ਹਨ, ਔਰ ਹਾਰ ਅਪਾਰੀ ਅਤੇ ਔਰ ਨਾਮ ਗਲੇ ਦਾ, ਗਲੇ ਵਿੱਚ ਮੋਤੀ ਹੀਰਿਆਂ ਦਾ ਜਿਹੜਾ ਹਾਰ ਹੈ ਚਮਕਦਾ ਦਮਕਦਾ। ਅਪਾਰੀ ਬੇਅੰਤ, ਅਪਾਰੀ ਦਾ ਅਰਥ ਬੇਅੰਤੀ ਸ਼ੋਭਾ ਪਾ ਰਿਹਾ ਹੈ। ਦੋਹਰਾ ਖਿਮਾ ਉਲਾਹਨੇ ਕੋ ਕਰੋ। ਹੇ ਪ੍ਰਭੂ ਮੈਂ ਜੋ ਭੋਲੇਪਣ ਅਣਜਾਣਪੁਣੇ ਵਿੱਚ ਬੇਸਮਝੀ ਵਿੱਚ ਅਗਿਆਨ ਵਿੱਚ ਤੁਹਾਨੂੰ ਉਲਾਹਨੇ ਕਈ ਉਲਾਂਭੇ ਦਿੱਤੇ ਹਨ। ਮਹਾਰਾਜ ਐਸਾ ਨਹੀਂ ਕੀਤਾ, ਵੈਸਾ ਨਹੀਂ ਕੀਤਾ ਹੈ। ਸੱਚਾ ਪਾਤਸ਼ਾਹ ਤੁਮ ਨਿਰਪੇਖ ਉਦਾਰ। ਕੋ ਕਰੋ, ਖਿਮਾ ਉਲਾਹਨੇ ਕੇ ਕਰੋ। ਉਲਾਹਨੇ ਦਾ ਅਰਥ ਉਲਾਂਭੇ। ਮਹਾਰਾਜ ਜਿਹੜੇ ਤੁਹਾਨੂੰ ਅਣਜਾਣਪੁਣੇ ਬੇਸਮਝੀ ਵਿੱਚ ਆ ਪਿੱਛੇ ਵੀ ਕਿ ਤੁਸੀਂ ਕੀ ਮਹਾਰਾਜ ਮੁੱਲ ਲੈਂਦੇ ਹੋ, ਕੀ ਤੁਸੀਂ ਮੈਨੂੰ ਨਹੀਂ ਤਾਰ ਸਕਦੇ ਹੋ, ਜਾਂ ਤੁਸੀਂ ਲਾਲਚੀ ਹੋ ਗਏ, ਇਹ ਉਲਾਂਭੇ ਹੈ ਨਾ। ਕਵੀ ਜੀ ਉਹਦੀ ਖਿਮਾ ਮੰਗ ਰਹੇ ਹੋਣੇ ਇੱਥੇ। ਕਹਿੰਦੇ ਮਹਾਰਾਜ ਜੋ ਭੋਲੇਪਣ ਵਿੱਚ ਜਾਂ ਪ੍ਰੇਮ ਵਿੱਚ ਕਿਸੇ ਵੀ ਪੱਖੋਂ ਅਣਜਾਣਪੁਣੇ ਵਿੱਚ ਬੇਸਮਝੀ ਅਗਿਆਨ ਵਿੱਚ ਤੁਹਾਨੂੰ ਉਲਾਂਭੇ ਦਿੱਤੇ ਹੈ, ਉਹਨੂੰ ਕੋ ਕਰੋ। ਮਹਾਰਾਜ ਉਹਨਾਂ ਦਾ, ਉਹਨਾਂ ਨੂੰ, ਕੋ ਦਾ ਅਰਥ ਨੂੰ, ਉਹਨਾਂ ਨੂੰ ਖਿਮਾ ਮਾਫ ਸ਼ਿਮਾ ਬਖਸ਼ਣਾ ਕਰੋ ਜੀ, ਕਰ ਦੇਵੋ ਮਹਾਰਾਜ, ਉਹਨਾਂ ਨੂੰ ਬਖਸ਼ ਦੇਣਾ ਕਰੋ। ਤੁਮ ਨਿਰਪੇਖ ਉਦਾਰ, ਤੁਮ ਦਾ ਅਰਥ ਤੁਸੀਂ ਤਾਂ ਮਹਾਰਾਜ ਨਿਰਪੇਖ ਇੱਛਾ ਰਹਿਤ ਹੋ। ਪੇਖ ਨਾਮ ਇੱਛਾ ਦਾ, ਨਿਰ ਨਾਮ ਰਹਿਤ ਦਾ। ਤੁਸੀਂ ਅਤੇ ਇੱਛਾ ਰਹਿਤ, ਤੁਹਾਨੂੰ ਕਦੇ ਇੱਛਾ ਨਹੀਂ। ਮਹਾਰਾਜ ਵੱਡਾ ਦਾਤਾ ਤਿਲ ਨਾ ਤਮਾਏ, ਸਗੋਂ ਇੱਛਾ ਪੂਰਕ ਸਭ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ। ਤੁਸੀਂ ਐਸੇ ਹੋ ਉਦਾਰ ਅਤੇ ਆਪ ਜੀ ਬਹੁਤ ਸ੍ਰੇਸ਼ਟ ਹੋ। ਭਾਵ ਮਹਾਰਾਜ ਸ੍ਰੇਸ਼ਟ ਵੀ ਹੈ, ਇੱਛਾ ਰਹਿਤ ਵੀ ਹੋ। ਤੁਹਾਨੂੰ ਕੋਈ ਤਮੰਨਾ ਨਹੀਂ ਹੈ ਮੇਰੇ ਵਰਗਿਆਂ ਦੀ। ਜਿਹੜੇ ਲਾਂਭੇ ਦੇ ਬੈਠਾ ਉਹਨਾਂ ਨੂੰ ਖਿਮਾ ਮਾਫ ਕਰੋ ਜੀ। ਪ੍ਰੇਮ ਪੇਖ ਹਰ ਰੀਝ ਹੋ। ਹੇ ਪ੍ਰਭੂ ਜੀ, ਹਰ ਦਾ ਅਰਥ ਪ੍ਰਭੂ ਪਰਮਾਤਮਾ। ਹੇ ਪ੍ਰਭੂ ਜੀ ਤੁਸੀਂ ਤਾਂ ਆਪਣੇ ਸੇਵਕਾਂ ਦਾ ਜਿਹੜਾ ਹੈ ਨਾ ਪ੍ਰੇਮ ਪੇਖ, ਪ੍ਰੇਮ ਪਿਆਰੀ ਪੇਖ ਵੇਖ ਕਰਕੇ ਹੀ ਰੀਝ ਹੋ, ਰੀਝ ਪ੍ਰਸੰਨ ਹੁੰਦੇ ਹੋ। ਤੁਹਾਨੂੰ ਪ੍ਰੇਮ ਹੀ ਚਾਹੀਦਾ, ਕੁਝ ਨਹੀਂ ਚਾਹੀਦਾ। ਸੱਚਾ ਪਾਤਸ਼ਾਹ ਕੁਝ ਭੇਟਾ ਨਹੀਂ ਚਾਹੀਦੀ, ਕੁਝ ਖਾਣ ਸ਼ਕਰ ਨੂੰ ਨਹੀਂ ਚਾਹੀਦਾ, ਕੋਈ ਵਸਤਰ ਆਦਿਕ ਨਹੀਂ ਚਾਹੀਦਾ, ਜਾਂ ਮਾਣ ਵਡਿਆਈ ਸਤਿਕਾਰ ਨਹੀਂ ਚਾਹੀਦਾ। ਤੁਹਾਨੂੰ ਤਾਂ ਇੱਕ ਪ੍ਰੇਮ ਹੀ ਚਾਹੀਦਾ। ਗੋਬਿੰਦ ਭਾਉ ਭਗਤ ਦਾ ਭੁੱਖਾ, ਪ੍ਰੇਮ ਦੇ ਭੁੱਖੇ ਹੋ ਮਹਾਰਾਜ ਤੁਸੀਂ। ਤਾਂ ਇੱਥੇ ਕਵੀ ਜੀ ਕਹਿੰਦੇ ਆ ਪਰਮਾਤਮਾ ਵਾਹਿਗੁਰੂ ਜੀ ਤੁਸੀਂ ਤਾਂ ਆਪਣੇ ਸੇਵਕਾਂ ਦਾ ਪ੍ਰੇਮ ਹੀ ਵੇਖ ਕੇ ਨਾ ਰੀਝ ਦੇ ਪ੍ਰਸੰਨ ਹੁੰਦੇ ਹੋ। ਭਗਵਾਨ ਭਗਤ ਉਦਾਰ, ਹੇ ਭਗਵਾਨ ਭਗਵਾਨ ਜੀ ਖਟ ਭਗਾਂ ਸੰਪੰਨ, ਸੰਸਾਰ ਸਮੁੰਦਰ ਤੋਂ ਆਪਣੇ ਭਗਤਾਂ ਦਾ ਉਧਾਰ ਪਾਰ ਉਤਾਰਾ ਕਰ ਦਿੰਦੇ ਹੋ। ਭਗਵਾਨ ਭਗਤ ਉਦਾਰ, ਪ੍ਰੇਮ ਹੀ ਵੇਖਦੇ ਭਗਤਾਂ ਦਾ, ਤਾਂ ਉਹਨਾਂ ਭਗਤਾਂ ਨੂੰ ਹੇ ਭਗਵਾਨ ਭਗਵਾਨ ਜੀ ਤੁਸੀਂ ਸੰਸਾਰ ਸਮੁੰਦਰ ਤੋਂ ਉਧਾਰ ਪਾਰ ਕਰ ਦਿੰਦੇ, ਤਾਰ ਦਿੰਦੇ ਹੋ। ਸਵਈਆ ਨਭ ਮੈਂ ਸੁਰ ਲੋਕ ਰਚੇ ਹਰਿ ਜੀ। ਹੇ ਪ੍ਰਭੂ ਜੀ ਤੁਸੀਂ ਨਭ ਮੈਂ, ਆਕਾਸ਼ ਮੰਡਲ, ਨਭ ਨਾਮ ਆਕਾਸ਼ ਦਾ, ਮੈਂ ਨਾ ਵਿੱਚ ਦਾ,
ਪ੍ਰਭੂ ਹਰਿ ਜੀ ਪਰਮਾਤਮਾ ਜੀ। ਵਾਹਿਗੁਰੂ ਜੀ ਆਪ ਜੀ ਨੇ ਆਕਾਸ਼ ਮੰਡਲ ਦੇ ਵਿੱਚ ਸੁਰਲੋਕ ਦੇ ਸੁਰ ਦੇਵਤੇ, ਦੇਵਤਿਆਂ ਦੇ ਲੋਕ ਭਾਵ ਸਵਰਗ ਆਦਿ ਰਚੇ ਬਣਾਉਣਾ ਕੀਤੇ ਹਨ। ਹਰ ਭੂਮ ਵਿਖੇ ਨਿਧ ਖੀਰ ਬਣਾਏ, ਅਤੇ ਇਸ ਭੂਮ ਵਿਖੇ ਇਸ ਧਰਤੀ ਦੇ ਵਿੱਚ ਨਿਧ ਖੀਰ ਜਿਹੜੇ ਸ਼ੀਰ ਸਮੁੰਦਰ ਹੈ ਉਹ ਬਣਾਏ ਹੋਏ ਹਨ, ਬਣਾਉਣਾ ਕੀਤੇ। ਇਹ ਜਿਹੜਾ ਸ਼ੀਰ ਸਮੁੰਦਰ ਹੈ ਪੁਰਾਣਾ ਅਨੁਸਾਰ ਤੇ ਦੁੱਧ ਦਾ ਸਮੁੰਦਰ ਕਿਹਾ ਜਾਂਦਾ ਹੈ, ਜਿਹਦੇ ਵਿੱਚ ਵਿਸ਼ਨੂੰ ਭਗਵਾਨ ਜੀ ਸੌਂਦੇ ਆ। ਕਹਿੰਦੇ ਵੀ ਇਸੇ ਸਮੁੰਦਰ ਨੂੰ ਰਿੜਕੇ 14 ਰਤਨਾਂ ਦਾ ਕੱਢਣਾ ਕੀਤਾ ਹੈ, ਇਵੇਂ ਦੱਸਿਆ ਜਾਂਦਾ ਹੈ। ਸੋ ਰਹੋ ਵਿਚਾਰ ਮੇਰੇ ਜਾ ਕਰਤਾ ਸਿੱਠੀ ਕੋ ਸਾਜੇ ਆਪੇ ਜਾਣੇ, ਸੋਈ ਮਹਾਰਾਜ ਹੀ ਜਾਣਦੇ ਹੈ। ਪੁਰਾਣਾ ਵਿੱਚ ਵੀ ਪ੍ਰਮਾਣ ਆਉਂਦਾ ਵੀ ਸ਼ੀਰ ਸਮੁੰਦਰ ਹੀ ਰਿੜਕਿਆ। ਨਭ ਮੈਂ ਸੁਰ ਲੋਕ ਰਚੇ ਹਰਿ ਜੀ। ਹੇ ਪਰਮੇਸ਼ਰ ਜੀ, ਆਕਾਸ਼ ਵਿੱਚ ਆਪ ਜੀ ਨੇ ਦੇਵਤਿਆਂ ਦੇ ਲੋਕ ਭਾਵ ਸਵਰਗ ਆਦਿ ਲੋਕ ਰਚੇ ਬਣਾਏ ਹੋਏ ਹੈ। ਹਰ ਭੂਮ ਵਿਖੇ ਅਤੇ ਧਰਤੀ ਵਿੱਚ ਜੋ ਨਿਧ ਖੀਰ, ਨਿਧ ਨਾਮ ਖੀਰ ਦਾ, ਸ਼ੀਰ ਦਾ, ਸ਼ੀਰ ਨਾਮ ਦੁੱਧ ਦਾ ਹੁੰਦਾ, ਸ਼ੀਰ ਦਾ ਖੀਰ, ਸ਼ੀਰ ਨਿਧ ਨਾਮ ਸਮੁੰਦਰ ਬਣਾਉਣਾ ਕੀਤੇ ਹੈ। ਮਣ ਹੀਰਨ ਕੇ ਗਿਰਕੂਟ ਰਚੇ, ਮਣੀਆਂ, ਮਣ ਨਾਮ ਮਣੀਆਂ ਦਾ, ਹੀਰਨ ਨਾਮ ਹੀਰੇ, ਮਣੀਆਂ ਹੀਰਿਆਂ ਕੇ ਦਾ ਅਰਥ ਦੇ, ਮਣੀਆਂ ਹੀਰਿਆਂ ਦੇ ਜਿਹੜੇ ਗਿਰ ਉਹ ਪਹਾੜ ਕੋਟ ਕਰੋੜਾਂ ਰਚੇ ਰਚਨਾ ਕੀਤੇ ਹਨ। ਇਹ ਆਪ ਜੀ ਦੀ ਬੜੀ ਤਗੜੀ ਮਹਿਮਾ। ਮਣੀਆਂ ਹੀਰਿਆਂ ਦੇ ਵੀ ਕਰੋੜਾਂ ਗਿਰ ਪਹਾੜ ਰਚੇ ਬਣਾਏ ਹੋਏ ਹਨ। ਫਲ ਫੂਲਨ ਕੇ ਬਨ ਕੋਟ ਪਾਏ, ਅਤੇ ਫਿਰ ਫਲ ਫੂਲਨ ਫੁੱਲਾਂ ਦੇ ਜਿਹੜੇ ਹੈ ਬਨ ਕੋਟ ਕਰੋੜਾਂ ਹੀ ਜੰਗਲ ਉਪਾਏ ਪੈਦਾ ਕੀਤੇ ਹੋਏ ਹਨ। ਪਤਾ ਹੀ ਕੋਈ ਨਹੀਂ, ਉੱਥੇ ਤਾਂ ਬੰਦਾ ਜਾ ਹੀ ਨਹੀਂ ਸਕਦਾ ਜਿੱਥੇ ਜਿੱਥੇ ਇੰਨੇ ਜੰਗਲ ਬਣੇ ਹੋਏ। ਆ ਭਾਰਤ ਵਿੱਚ ਹੀ ਬਹੁਤ ਜੰਗਲ ਹਨ, ਦੇਸ਼ਾਂ ਵਿਦੇਸ਼ਾਂ 'ਚ ਬੇਅੰਤੀ ਜੰਗਲ ਹਨ। ਫਲਾਂ ਫੁੱਲਾਂ ਦੇ ਕਰੋੜਾਂ ਜੰਗਲ ਮਹਾਰਾਜ ਆਪ ਜੀ ਨੇ ਪੈਦਾ ਕੀਤੇ ਹੈ। ਸਭ ਲੋਗਨ ਕੋ ਪ੍ਰਭ ਪੋਖਤ ਹੋ। ਹੇ ਮੇਰੇ ਪ੍ਰਭੂ ਜੀ, ਤੁਸੀਂ ਹੁਣ ਸਿਫਤ ਕਰ ਰਹੇ ਮਹਾਰਾਜ ਦੀ। ਸਭ ਲੋਗਨ ਕੋ, ਸਾਰੇ ਲੋਕਾਂ ਨੂੰ ਪੋਖਤ ਕਹੀਏ, ਪਾਲਦੇ ਹੋ। ਸਭ ਲੋਗਨ ਕੋ ਪ੍ਰਭ, ਪ੍ਰਭੂ ਜੀ ਸਾਰੇ ਲੋਕਾਂ ਨੂੰ ਹੀ ਤੁਸੀਂ ਪੋਖਤ ਪਾਲਦੇ ਹੋ। ਸਭ ਭੂਖ ਮਿਟੇ ਤੁਮ ਮੈਂ ਮਨ ਲਾਏ, ਤੁਮ ਮੈਂ ਤੇਰੇ ਨਾਮ ਵਿੱਚ, ਤੇਰੇ ਧਿਆਨ ਵਿੱਚ ਮਨ ਲਾਏ। ਮਨ ਲਾਉਣ ਨਾਲ ਸਾਰੇ ਜਿਹੜੇ ਭੂਖ ਮਿਟ ਜਾਂਦੇ ਹੈ। ਇੱਥੇ ਪਾਠ ਦੁੱਖ ਵੀ ਹੈ, ਸਭ ਦੁੱਖ ਮਿਟੇ, ਦੁੱਖ ਵੀ ਮਿਟ ਜਾਂਦੇ ਹੈ। ਸਭ ਭੂਖ ਮਿਟੇ ਤੁਮ ਮੈਂ ਮਨ ਲਾਏ। ਮਹਾਰਾਜ ਤੁਹਾਡੇ ਨਾਮ ਵਿੱਚ, ਤੁਹਾਡੀ ਸੇਵਾ ਵਿੱਚ, ਤੁਹਾਡੇ ਧਿਆਨ ਵਿੱਚ ਮਨ ਲਾਇਆ, ਸਾਰੇ ਭੁੱਖਾਂ ਮਿਟ ਜਾਂਦੀਆਂ ਹੈ। ਅਤੇ ਇਸੇ ਪ੍ਰਕਾਰ ਇੱਥੇ ਦੁੱਖ ਪਾਠ ਵੀ ਹੈ, ਸਾਰੇ ਦੁੱਖ ਮਿਟ ਜਾਂਦੇ ਹੈ ਤੁਹਾਡੇ ਨਾਮ ਵਿੱਚ, ਸੇਵਾ ਵਿੱਚ, ਭਗਤੀ ਵਿੱਚ ਮਨ ਲਾਇਆ। ਬਿਨ ਪ੍ਰੇਮ ਕਹਾਂ ਫਲ ਫੂਲ ਦਏ। ਹੇ ਮੇਰੇ ਪ੍ਰਭੂ ਜੀ, ਆਪ ਜੀ ਦੇ ਨਾਲ ਪ੍ਰੇਮ ਕੀਤੇ ਤੋਂ ਬਿਨਾਂ, ਬਿਨ ਪ੍ਰੇਮ ਕੀਤੇ ਤੋਂ ਬਗੈਰ ਐਵੇਂ ਜਿਹੜਾ ਫਲ ਫੁੱਲ ਅਰਪਣ ਕਰਨ ਨਾਲ ਬਿਨ ਪ੍ਰੇਮ ਕਹਾਂ, ਬਿਨ ਪ੍ਰੇਮ ਕੀਤੇ ਤੋਂ, ਬਿਨ ਪ੍ਰੇਮ ਤੇਰੇ ਨਾਲ ਪ੍ਰੇਮ ਕੀਤੇ ਤੋਂ ਬਿਨਾਂ ਐਵੇਂ ਜਿਹੜੇ ਫਲ ਫੁੱਲ ਦੇ ਕੇ ਅਰਪਣ ਕਰਨ ਨਾਲ ਪਦ ਪੰਕਜ ਦੇ ਪਦ ਕੀ ਰਜ ਪਾਏ। ਤੇ ਦਾ ਅਰਥ ਤੇ ਤੇਰੇ ਜਿਹੜੇ ਪਾਦ ਚਰਨ ਹੈ, ਪੰਕਜ ਕਮਲ ਹੈ, ਤੇਰੇ ਚਰਨ ਕਮਲਾਂ ਦੀ ਜਿਹੜੀ
ਕੀ ਦਾ ਅਰਥ ਦੀ ਤੇਰੇ ਚਰਨ ਕਮਲਾਂ ਦੀ ਜਿਹੜੀ ਰਾਜ ਧੂੜੀ ਹੈ, ਉਹ ਧੂੜੀ ਨੂੰ ਕਿੱਥੋਂ ਕੋਈ ਪਾ ਲਵੇਗਾ। ਪਦ ਪੰਕਜ ਦੇ ਪਦ ਕੀ ਰਜ ਪਾਏ, ਬਿਨ ਪ੍ਰੇਮ ਕਹਾਂ ਫਲ ਫੂਲ ਸੇ। ਬਿਨਾਂ ਪ੍ਰੇਮ ਤੋਂ ਮਹਾਰਾਜ ਐਵੇਂ ਫਲ ਫੁੱਲ ਦਿੱਤੇ ਆ ਅਰਪਣ ਕਰਨ ਨਾਲ ਹੀ ਜਿਹੜੇ ਆਪ ਜੀ ਦੇ ਚਰਨ ਕਮਲ ਹੈ, ਉਹਨਾਂ ਦੀ ਜਿਹੜੀ ਚਰਨ ਕਮਲਾਂ ਦੀ ਜਿਹੜੀ ਧੂੜੀ ਆ ਮਹਾਰਾਜ, ਰਾਜ ਧੂੜੀ ਉਹ ਕਹਾਂ ਕਿ ਕਿੱਥੋਂ ਕੋਈ ਪਾ ਲਵੇਗਾ। ਭਾਵ ਕਿ ਤੂੰ ਕਿਸੇ ਵੀ ਭੇਟਾਵਾਂ ਨਾਲ ਖੁਸ਼ ਨਹੀਂ ਹੁੰਦਾ, ਬਲਕਿ ਉਹਦਾ ਪ੍ਰੇਮ ਵੇਖ ਕੇ ਉਸ ਉੱਪਰ ਰੀਝਦਾ ਸੇਵਕ ਦੇ। ਸੇਵਕ ਦੀ ਜਿਹੜੀ ਪ੍ਰੀਤੀ ਨਾ, ਸੇਵਕ ਕੀ ਓੜ ਕਿੰਨੀ ਵੀ ਹੀ ਪ੍ਰੀਤ, ਇਹੀ ਵੇਖ ਕੇ ਮਹਾਰਾਜ ਤੂੰ ਰੀਝਦਾ। ਕੋਈ ਭੇਟਾਂ ਕਿੰਨਾ ਕੁਝ 14 ਲੋਕ ਤੂੰ ਰਚੇ ਹੈ ਮਹਾਰਾਜ, ਸ਼ੀਰ ਸਮੁੰਦਰ ਬਣਾਇਆ 14 ਰਤਨਾਂ ਵਾਲਾ, ਮਣੀਆਂ ਹੀਰੇ ਫਲ ਫੁੱਲ ਜਿੰਨਾ ਕੁਝ ਤੁਸੀਂ ਆਪ ਹੀ ਬਣਾਇਆ, ਫਿਰ ਤੁਹਾਨੂੰ ਤੁਹਾਡਾ ਹੀ ਦਿੱਤਾ ਦੇ ਕੇ ਮਹਾਰਾਜ ਕੋਈ ਕੀ ਪ੍ਰਸੰਨ ਕਰ ਸਕਦਾ। ਅਸਲ ਵਿੱਚ ਪ੍ਰੇਮ ਦੀ ਗੱਲ ਹੈ। ਸਾਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਵੀ ਪ੍ਰੇਮ ਤੋਂ ਬਿਨਾਂ ਜਿਹੜੇ ਫਲ ਫੁੱਲ ਦਿੱਤੇ ਹੈ, ਭਾਵ ਇੱਥੇ ਕਈ ਭੇਟਾਵਾਂ ਲੋਕ ਚੜਾਉਂਦੇ, ਚਲੋ ਗੁਰੂ ਨੂੰ ਅਰਪਣ ਕਰਨੀ ਚਾਹੀਦੀ, ਖਾਲੀ ਹੱਥੀਂ ਜਾਣਾ ਨਹੀਂ ਚਾਹੀਦਾ। ਪਰ ਹਰੇਕ ਬੰਦਾ ਚਾਹੁੰਦਾ ਵੀ ਕਰਾਂ ਮਿਹਨਤ ਨਾ ਕਰਾਂ, ਨਾਮ ਸਿਮਰਨ ਭਗਤੀ ਨਾ ਕਰਾਂ, ਸਾਲ ਬੱਧੀ ਇੱਕ ਅਖੰਡ ਪਾਠ ਕਰਾ ਲਿਆ, ਦੂਰ ਬੈਠੇ ਆਪ ਉੱਥੇ ਹਾਜ਼ਰ ਨਹੀਂ ਹੋਣਾ। ਬਿਨ ਸੇਵਾ ਕੀਤੇ ਤੋਂ ਹੀ ਫਿਰ ਮਾਲਾ ਬਾਬਾ ਜੀ ਦੇ ਦਿਆਂਗੇ, ਕੰਬਲ ਦੇ ਦਿਆਂਗੇ, ਵਸਤਰ ਦੇ ਦਿਆਂਗੇ, ਰਸਤਾ ਦੇ ਦਿਆਂਗੇ, ਕਿਵੇਂ ਗੁਰੂ ਪ੍ਰਸੰਨ ਹੋ ਜਾਣਗੇ। ਨਹੀਂ ਨਹੀਂ, ਗੋਬਿੰਦ ਭਾਵ ਭਗਤ ਦਾ ਭੁੱਖਾ, ਮਹਾਰਾਜ ਪਰਮਾਤਮਾ ਦਾ ਭੁੱਖਾ, ਵਸਤੂ ਦਾ ਕੋਈ ਭੁੱਖਾ ਨਹੀਂ। ਕਵੀ ਜੀ ਇੱਥੇ ਉਹੀ ਕਹਿ ਰਹੇ ਆ ਵੀ ਬਿਨਾਂ ਪ੍ਰੇਮ ਤੋਂ ਮਹਾਰਾਜ ਫਲ ਫੁੱਲ ਅਥਵਾ ਅੱਜ ਕੱਲ੍ਹ ਦੇ ਹਿਸਾਬ ਨਾਲ ਮਾਇਆ ਪੈਸਾ ਧੇਲਾ ਰੁਮਾਲੇ ਆਦਿਕ ਦੇ ਨਾਲ, ਇਹ ਗੁਰੂ ਸਾਹਿਬ ਜੀ ਪਰਮਾਤਮਾ ਜੀ ਤੇਰੇ ਚਰਨ ਕਮਲਾਂ ਦੀ ਜਿਹੜੀ ਰਜ ਧੂੜੀ ਆ ਕਿੱਥੋਂ ਕੋਈ ਪਾ ਸਕਦਾ, ਨਹੀਂ ਪਾ ਸਕਦਾ। ਭੇਟਾਵਾਂ ਨਾਲ ਤੁਸੀਂ ਖੁਸ਼ ਨਹੀਂ ਹੁੰਦੇ, ਪ੍ਰੇਮ ਵੇਖ ਕੇ ਮਹਾਰਾਜ ਤੁਸੀਂ ਰੀਝਦੇ ਹੋ। ਇਹ ਕਵੀ ਜੀ ਦੇ ਕਹਿਣ ਦਾ ਮਨੋਰਥ ਹੈ। ਇੱਥੇ ਆਪਾਂ ਜਿਹੜੀ ਸਮਾਪਤੀ ਕਰੀਏ। 94 ਦੋਹਰੇ ਸਵਈਏ ਛੰਦ ਹੋ ਚੁੱਕੇ ਭਾਰ ਸਾਮਰਥ ਦੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਖੀਰਲੀਆਂ ਪੰਗਤੀਆਂ ਪੜ੍ਹ ਕੇ ਸਮਾਪਤੀ ਹੈ ਵੀ। ਸਭ ਲੋਗਨ ਕੋ ਪ੍ਰਭ ਪੋਖਤ ਹੋ, ਸਭ ਭੂਖ ਮਿਟੇ ਤੁਮ ਮੈਂ ਮਨ ਲਾਏ। ਬਿਨ ਪ੍ਰੇਮ ਕਹਾਂ ਫਲ ਫੂਲ ਦਏ, ਪਦ ਪੰਕਜ ਦੇ ਪਦ ਕੀ ਰਜ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।